ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ है भी सच, नानक होसी भी सच। आदि सच जुगादि सच है भी सच, नानक होसी भी सच। हाँ जी। ਸਾਡੇ ਜੀ ਚ ਆਇਆ ਸੀ ਕਿ ਅੱਜ ਤੈਨੂੰ ਸਵਾਲ ਪੁੱਛੀਏ ਕਿ ਆਪਾਂ ਨੂੰ ਕੁਛ ਚਿਰ ਹੋ ਗਿਆ ਹੁਣ ਜ਼ਿੰਦਗੀ ਬਾਰੇ ਗੱਲਾਂ ਕਰਦੇ ਹਾਂ ਜੋ ਮਹਾਰਾਜ ਜੀ ਆਪਾਂ ਨੂੰ ਸਮਝਾਉਂਦੇ ਤੇ ਕੁਛ ਸਮਝਾਉਣ ਲੱਗੀ बहुत औखा है इसनू समझना। समझना औखा नहीं है पर इसनू सुनना बहुत औखा है। सुनना इसलिए औखा है क्योंकि एक ते अपनी निजी जिंदगी है, एक परिवारिक जिंदगी है, एक कामकार ते जिंदगी है ते एक समाजी जिंदगी है। ते आपां इन्हां सारियां जो रोल करते हैं इन्हां सारियां चीज़ां विच इन्ना बुरी तरह फसे हुए हैं। अंदर फिक्र चिंता नाल भरे हुए डर नाल कि होर कुछ अंदर आने लई जगह ही नहीं, इसलिए सुनता नहीं है, इसलिए सुनता नहीं है। How are you? I felt like asking you that it has been some time now since we have been understanding about life as Maharaj Ji tells us. Do you feel that we are understanding something about life or not yet? Because it's very difficult to understand about life. It's not difficult to understand. The difficulty is that we cannot listen to what Maharaj Ji says. Because first of all there is our personal life, then family life, then life at work, and then social life, our social life. So we are so much absorbed in these different things. And so many worries, anxieties, fears, insecurities, that there is no room for anything to come in. No room. What Maharaj Ji tells us
Only the blessed ones get to listen to this. ਹਾਂਜੀ। ਤੇ ਇਸ ਨੂੰ ਸਮਝਣਾ, ਆਪਾਂ ਆਪਣੀਆਂ ਜ਼ਿੰਦਗੀਆਂ ਦੇ ਜੋ ਸਾਰੇ ਰੂਲ ਹਨ ਉਹਨਾਂ ਵਿੱਚ ਇੰਨੇ ਫਸੇ ਹੋਏ, ਪਰ ਮਹਾਰਾਜ ਜੀ ਕਹਿੰਦੇ ਤੂੰ ਸਮਝ ਕੇ ਜ਼ਿੰਦਗੀ ਹੈ ਕੀ। ਜ਼ਿੰਦਗੀ ਦੀ ਗੱਲ ਹੈ ਇਹ, ਤੇ ਤੂੰ ਇੰਨਾ ਰੋਲ ਪਲੇ ਕਰ ਰਿਹਾ ਨਾ। ਹਾਂਜੀ, ਪਰ ਜ਼ਿੰਦਗੀ ਕੀ ਹੈ? ਮਹਾਰਾਜ ਜੀ ਕਹਿੰਦੇ ਜ਼ਿੰਦਗੀ ਇੱਕ ਖੇਡ ਹੈ। ਜ਼ਿੰਦਗੀ ਇੱਕ ਖੇਡ ਹੈ। ਜੇ ਮੈਨੂੰ ਖੇਡ ਤੇ ਲੱਗਦੀ ਨਹੀਂ ਮੇਰੀ ਹਾਂ, ਤੈਨੂੰ ਇਸ ਕਰਕੇ ਨਹੀਂ ਲੱਗਦੀ ਕਿਉਂਕਿ ਆਪਾਂ ਸਮਝੀ ਨਹੀਂ ਗੱਲ। ਜ਼ਿੰਦਗੀ ਇੱਕ ਖੇਡ ਹੈ। ਤੇ ਫਿਰ ਉਹ ਦੱਸਦੇ ਕਿ ਹਾਂਜੀ every ounce of our energy, our consciousness is occupied in solving the problems in those different sections of our lives, personal, family, social, and at work, that we don't even know what is life. What is life? And we do not think that it's that important to know what is life. ਸਮਝਣਾ ਜੀ ਇਸ ਗੱਲ ਨੂੰ। ਇੱਕ ਅੱਧੀ ਵਾਰ ਸੁਣਿਆ ਇਹ ਗੱਲਾਂ ਨਾ ਆਪਣੇ ਪੱਲੇ ਨਹੀਂ ਪੈਂਦੀਆਂ, ਕਿਉਂਕਿ ਗੱਲ ਹੋ ਰਹੀ ਕਿ ਆਪਣੀ ਸੁਰਤੀ ਸਾਰੀ ਦੀ ਸਾਰੀ ਤੇ ਕਬਜ਼ਾ ਹੋਇਆ ਹੋਇਆ ਉਹਨਾਂ ਫਿਕਰ ਚਿੰਤਾ ਦਾ, ਤੇ ਸੁਣ ਨਹੀਂ ਸਕਦੀ। ਇਸ ਲਈ 2-3 ਵਾਰ ਘੜੀ ਮੁੜੀ ਸੁਣਨ ਨਾਲ ਸੁਣ ਲੱਗਦਾ ਹੈ ਕਿ ਗੱਲ ਕੀ ਹੋ ਰਹੀ। Maharaj Ji tells us about life. He says life is a game, and any game is played to win. Everybody, both teams in a game, play to win. Then, what is the game? And what are the rules of the game? This is very interesting. What is the game if life is game? And what are the rules of the game? ਮਹਾਰਾਜ ਜੀ ਕਹਿੰਦੇ ਜ਼ਿੰਦਗੀ ਇੱਕ ਖੇਡ ਹੈ ਤੇ ਖੇਡ ਖੇਡੀ ਜਾਂਦੀ ਹੈ ਜਿੱਤਣ ਲਈ। ਅਬ ਕੀ ਬਾਰ ਜੀਤ ਕੇ ਹਾਰ। ਉਹ ਕਹਿੰਦੇ ਐਸ ਆ ਵਾਰੀ ਆ, ਜਾਂ ਤੇ ਤੂੰ ਜਿੱਤ ਗਿਆ ਤੇ ਜਾਂ ਹਾਰ ਗਿਆ। ਜਾਂ ਤੂੰ ਜਿੱਤ ਗਿਆ ਤੇ ਜਾਂ ਹਾਰ ਗਿਆ। ਜੀ ਖੇਡ ਕੀ ਹੈ ਤੇ ਖੇਡ ਦੇ ਕਾਨੂੰਨ ਕੀ ਹਨ। ਜਿਨ੍ਹਾਂ ਕਾਨੂੰਨਾਂ ਦੇ ਹੇਠਾਂ ਇਹ ਖੇਡ ਖੇਡੀ ਜਾਂਦੀ। ਜੇ ਇਸ ਚੀਜ਼ ਨੂੰ ਆਪਾਂ ਸਮਝ ਲਿਆ ਜੀ ਕਿ ਖੇਡ ਕੀ ਹੈ ਤੇ ਕਾਨੂੰਨ ਕੀ ਹਨ,
ਆਪਾਂ ਤਾਂ ਹੀ ਇਹ ਖੇਡ ਜਿੱਤ ਸਕਾਂਗੇ, ਹੈ ਨਾ। ਜੇ ਆਪਾਂ ਨੂੰ ਖੇਡ ਹੀ ਨਾ ਪਤਾ ਹੋਇਆ ਖੇਡ ਕੀ, ਤੇ ਖੇਡੀ ਕਿੱਦਾਂ ਜਾਂਦੀ, ਫਿਰ ਜਿੱਤਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਨੂੰ ਸਮਝਣਾ, ਜੇ ਆਪਾਂ ਇੱਕ ਬੜੀ ਪਿਆਰੀ ਗੱਲ ਆਪਾਂ ਪਹਿਲਾਂ ਸਮਝ ਲਈਏ। ਮਹਾਰਾਜ ਜੀ ਕਹਿੰਦੇ, ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਨ ਸੰਸਾਰ। ਮਹਾਰਾਜ ਜੀ ਕਹਿੰਦੇ, ਤੂੰ ਦੁਖੀ ਇਸ ਕਰਕੇ ਹੈ ਕਿ ਤੂੰ ਖੇਡ ਹੀ ਨਹੀਂ ਸਮਝੀ, ਤੇ ਖੇਡ ਨਾ ਸਮਝਣ ਕਰਕੇ ਹੁਣ ਕੀ ਹੋ ਰਿਹਾ ਹੈ ਕਿ ਫਿਰ ਦੁੱਖ ਹੀ ਦੁੱਖ ਮਿਲਦੇ ਹਨ। ਫਿਰ ਆਪਾਂ ਜਦੋਂ ਪੈਦਾ ਹੁੰਦੇ ਹਾਂ ਤੇ ਬਹੁਤ ਦੁੱਖ ਸਹਿਣਾ ਪੈਂਦਾ ਹੈ, ਜਦੋਂ ਮੌਤ ਹੁੰਦੀ ਹੈ ਤੇ ਬਹੁਤ ਦੁੱਖ ਸਹਿਣਾ ਪੈਂਦਾ ਹੈ। ਦੁੱਖ ਵਿੱਚ ਜੰਮਣ ਦੁੱਖ ਮਰਨ, ਦੁੱਖ ਵਰਤਨ ਸੰਸਾਰ। ਤੇ ਦੂਜਿਆਂ ਨਾਲ ਵਰਤਣਾ ਬਹੁਤ ਔਖਾ ਹੈ। ਕਦੀ ਕਿਸੇ ਤੋਂ ਦੁਖੀ ਹੁੰਦੇ ਹਾਂ, ਕਦੀ ਕਿਸੇ ਤੋਂ ਦੁਖੀ ਹੁੰਦੇ ਹਾਂ। ਦੁੱਖ ਦੁੱਖ ਅੱਗੇ ਆਖੀਐ, ਪੜ ਪੜ ਕਰੇ ਪੁਕਾਰ। ਕਹਿੰਦੇ ਜੋ ਸਾਡੇ ਤੋਂ ਜ਼ਿਆਦਾ ਉਮਰ ਦੇ ਹਨ, ਉਹਨਾਂ ਨੂੰ ਜੇ ਪੁੱਛੀਏ ਕਿ ਅੱਗੇ ਕੀ ਹੈ, ਅੱਗੇ ਸੁੱਖ ਹਨ, ਤੁਸੀਂ ਸੁਖੀ ਹੋ, ਉਹ ਕਹਿੰਦੇ ਨਹੀਂ, ਅੱਗੇ ਵੀ ਦੁੱਖ ਹੀ ਹਨ। ਦੁੱਖ ਦੁੱਖ ਅੱਗੇ ਆਖੀਏ, ਪੜ ਪੜ ਕਰੇ ਪੁਕਾਰ। ਤੇ ਫਿਰ ਜਦੋਂ ਵੀ ਆਪ ਗਾਂ ਹੋਰ ਉਮਰ ਵਿੱਚ ਜਾਂਦਾ ਹੈ ਤੇ ਹੋਰ ਦੁੱਖ ਹੀ ਦੁੱਖ ਉੱਥੇ ਵੀ, ਤੇ ਫਿਰ ਉਹ ਸਾਰਿਆਂ ਨੂੰ ਦੱਸਦਾ ਕਿ ਇਹ ਦੁੱਖ ਹੀ ਦੁੱਖ ਜੇ, ਜ਼ਿੰਦਗੀ ਦੁੱਖ ਹੀ ਦੁੱਖ ਜੇ। ਤੇ ਮਹਾਰਾਜ ਜੀ ਕਹਿੰਦੇ, ਜ਼ਿੰਦਗੀ ਦੁੱਖ ਹੈ ਹੀ ਨਹੀਂ ਸੀ, ਜ਼ਿੰਦਗੀ ਤੇ ਇੱਕ ਖੇਡ ਸੀ। ਜ਼ਿੰਦਗੀ ਤੇ ਇੱਕ ਖੇਡ ਸੀ। ਜੇ ਇਸ ਚੀਜ਼ ਨੂੰ ਜੇ ਆਪਾਂ ਪਕੜ ਲਿਆ ਤੇ ਆਪਾਂ ਨੂੰ ਇਹ ਸਭ ਕੁਛ ਬਹੁਤ ਹੀ ਦਿਲਚਸਪ ਲੱਗਣ ਲੱਗ ਜਾਣਾ। ਆਪਣੀ ਸੁਰਤੀ ਇੱਧਰ ਨੂੰ ਮੁੜ ਜਾਣੀ, ਸਮਝਣ ਲਈ ਜ਼ਿੰਦਗੀ ਦੀ ਖੇਡ ਤੇ ਉਹ ਖੇਡ ਖੇਡਣ ਲਈ। Maharaj ji says that life is a game, and the game is played under definite rules. Those definite rules are called his command, hukum. Hukum. And he says that you are anxious, you are worried, you are insecure, fearful, angry, all those, because you haven't understood what is life. You haven't understood that life is a game. And if you don't understand this, which I'm going to tell you what is this game, then you are going to remain in the territory of pain. Then it's painful to be born. It's going to be painful to die. It's going to be painful to deal with the world.
And those who are older than you, ask them, are they really satisfied, content? And they would tell you, no, we are not satisfied. There's a pain. We are feeling pain. So when we reach that stage, next year, and we are going to find that the pain is going to be there. Why the pain is there? Because we did not understand the game and we are not playing that game. We are entangled in a totally different self-created situation. ਹੁਣ गेम समझना जी, गेम की है, खेड की है जिंदगी। 10वें पातशाह जी कहते, मैं हूँ परम पुरख को दासा, देखने आयो जगत तमाशा, देखने आयो जगत तमाशा। 10वें पातशाह जी कहते कि मैं परमात्मा दा दास हाँ, ते मैं इत्थे आया हाँ इस दुनिया दे विच तमाशा देखना देखना आयो जगत तमाशा। हाँ जी। Guru Nanak Dev Ji in his 10th appearance reveals that why I am here on this earth. He says, I am a servant of the divine and I am here on this earth to see the show. फिर कहते, बाजीगर डंक बजाई, सब खल्क तमाशे आई, बाजीगर डंक बजाई, सब खल्क तमाशे आई। महाराज जी कहते बाजीगर है परमात्मा, ते उन्हें एक तमाशा रचिया, ते इत्थे जड़ा जिन्नू भी किसी नू भेजदा है दुनिया विच, उन्नू भेजदा है कि जा तमाशा देख के आ। भेजदा है वो कि जा तमाशा देख के आ, ते आपां खुद ही तमाशा बन जाते। आपां खुद ही तमाशा बन जाते। And then Maharaj Ji says, Guru Granth Sahib Ji, that whosoever comes here on this earth is sent by the divine, and he sends everyone here to see the show. To see the show. Maharaj Ji says that everyone is sent to see the show. And when we are seeing the show like in a movie, we are supposed to just
watch. That's all. But we don't do that. We become the show ourselves. How hilarious it is. We become the show. He had sent us here to show us the show, and we become the show. Now to understand what is game, what is the game. ਹੁਣ ਸਮਝਣਾ ਜੀ ਕਿ ਗੇਮ ਕੀ ਹੈ। ਗੇਮ ਇਹ ਹੈ ਕਿ ਇਸ ਮੇਲੇ ਦੇ ਵਿੱਚੋਂ ਦੀ ਹਰ ਇੱਕ ਨੇ ਲੰਘਣਾ ਹੈ। ਹਾਂ, ਆਪਣੀ ਜ਼ਿੰਦਗੀ ਵਿੱਚ ਇਸ ਮੇਲੇ ਵਿੱਚੋਂ ਹਰ ਇੱਕ ਨੂੰ ਲੰਘਣਾ ਪੈਂਦਾ ਤੇ ਇਹਦਾ ਕਾਨੂੰਨ ਇਹ ਹੈ, ਕਾਨੂੰਨ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਮਿਲੋ ਤੇ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਉਹ ਬੰਦਾ ਲੱਗੇ ਉਹਦੀ ਕੀਮਤ ਉਹਨੂੰ ਦੇਣੀ ਹੈ, ਉਹਨੂੰ ਕੀਮਤ ਉਹਦੀ ਦੇਣੀ, ਉਹਦਾ ਮੁੱਲ ਪਾਉਣਾ ਹੈ। ਇਸ ਨੂੰ ਬਹੁਤ ਧਿਆਨ ਨਾਲ ਸਮਝਣਾ ਪੈਣਾ ਜੀ ਕਿ ਇੱਕ ਬਹੁਤ ਵੱਡਾ ਮੇਲਾ ਹੈ, ਤਮਾਸ਼ਾ ਹੈ, ਉਹਦੇ ਵਿੱਚੋਂ ਦੀ ਆਪਾਂ ਨੂੰ ਲੰਘਣਾ ਪੈਣਾ ਹੈ। ਆਪਾਂ ਕਿਸੇ ਵੱਲ ਵੇਖਾਂਗੇ, ਕੋਈ ਆਪਣੇ ਵੱਲ ਵੇਖੂ, ਆਪਾਂ ਕਿਸੇ ਨੂੰ ਕੁਝ ਆਖਾਂਗੇ, ਕੋਈ ਆਪਾਂ ਨੂੰ ਕੁਝ ਆਖੂ, ਤੇ ਹਰ ਇੱਕ ਚੀਜ਼ ਵਿੱਚ ਜੇ ਕੋਈ ਥੋੜਾ ਜਿਹਾ ਵੀ ਭਾਵੇਂ ਪਲਕ ਭਰ ਕੇ ਵੀ ਆਪਾਂ ਕਿਸੇ ਵੱਲ ਵੇਖੀਏ ਤੇ ਆਪਾਂ ਅੰਦਾਜ਼ਾ ਜਿਹਾ ਸੁੱਤੇ ਸਿੱਧ ਹੀ ਅੰਦਾਜ਼ਾ ਜਿਹਾ ਲੱਗ ਜਾਂਦਾ ਹੈ ਕਿ ਆਦਮੀ ਕਿਸ ਤਰ੍ਹਾਂ ਦਾ ਹੈ ਨਾ। ਤੇ ਜੇ ਇੱਕ ਬੋਲ ਵੀ ਆਪਾਂ ਕਿਸੇ ਨਾਲ ਬੋਲੀਏ ਤੇ ਉੱਥੋਂ ਵੀ ਨਿੱਕੇ ਤੋਂ ਨਿੱਕਾ ਕੰਮ ਵੀ, ਨਿੱਕੇ ਤੋਂ ਨਿੱਕਾ ਵਾ ਜੇ ਆਪਾਂ ਕਿਸੇ ਵੱਲ ਵੇਖੀਏ ਤੇ ਜੇ ਉਹ ਅੱਗੋਂ ਆਪਣੇ ਵੱਲ ਪਿਆਰਾਂ ਨਾਲ ਦੇਖਦਾ ਹੋਵੇ ਤੇ ਕਾਨੂੰਨ ਹੈ ਕਿ ਤੂੰ ਜਿਸ ਤਰ੍ਹਾਂ ਦਾ ਤੈਨੂੰ ਉਹ ਦਿਸਿਆ ਤੂੰ ਉਹਦੀ ਕੀਮਤ ਪਾਉਣੀ ਹੈ। ਆਪਾਂ ਉਹਦੇ ਵੱਲ ਦੇਖਿਆ, ਉਹ ਅੱਗੋਂ ਮੁਸਕਰਾ ਰਿਹਾ ਹੈ, ਹੁਣ ਕੀਮਤ ਇਹਦੀ ਕਾਹਦੇ ਨਾਲ ਪਾਵਾਂਗੇ? ਗਾਲ ਕੱਢ ਕੇ ਤੇ ਨਹੀਂ ਕੀਮਤ ਪਾਵਾਂਗੇ ਨਾ, ਹੱਸ ਕੇ ਕੀਮਤ ਪਾਵਾਂਗੇ, ਨਿਮਰ ਹੋ ਕੇ ਕੀਮਤ ਪਾਵਾਂਗੇ। ਇਸੇ ਤਰ੍ਹਾਂ ਉਹ ਜਦੋਂ ਆਪਣੇ ਵੱਲ ਦੇਖਦਾ ਹੈ ਤੇ ਉਹ ਆਪਣੇ ਅੰਦਰ ਸਾਡੇ ਲਈ ਕੁਝ ਕੀਮਤ ਬਣਾ ਲੈਂਦਾ ਹੈ ਤੇ ਉਸ ਕੀਮਤ ਦੇ ਹਿਸਾਬ ਨਾਲ ਉਹ ਆਪਣੇ ਵੱਲ ਦੇਖਦਾ। ਜਦੋਂ ਆਪਾਂ ਕਿਸੇ ਨਾਲ ਬੋਲਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ ਤੇ ਉਸ ਗੱਲ ਤੋਂ ਅਗਲਾ ਆਪਣੀ ਕੀਮਤ ਪਾਉਂਦਾ ਹੈ, ਕੀਮਤ ਪਾਉਂਦਾ ਹੈ ਤੇ ਉਸ ਗੱਲ ਦੀ ਕੀਮਤ ਆਪਾਂ ਨੂੰ ਦਿੰਦਾ ਹੈ। When we talk to someone, the game is that we have to go through this fair, this show in our lifetime. And whomsoever we meet on the way, and how that person
we feel, how that person we feel, we have to pay for that. We have to pay in that coin, in the same coin. This is the rule of the game, that automatically it happens that when somebody, even the first time we meet somebody and we look at him or her, and if the other person is smiling while looking at us, how do we pay back? How do we pay them back? Not with the name calling, but with a smile, with love, with humility. This is the major rule of the game, that everybody has to evaluate everybody, has to. Automatically we are programmed that way. Everybody is evaluated by everybody. This is how we are programmed by the divine. So if somebody smiles at us, we are programmed to smile back at them. If somebody is frowning at us, anger starts rising in us. This is how we are programmed. And under this law, we have to go through the show. We have to go through the show. And this is so important. And Maharaji says that ਕੱਲ ਆਪਾਂ ਨੂੰ ਸਮਝਾ ਰਿਹਾ ਸੀ ਕਿ ਖਰਚ ਚਾਹੀਦਾ ਹੈ ਤੈਨੂੰ ਇਸ ਮੇਲੇ ਵਿੱਚੋਂ ਲੰਘਣ ਲਈ। ਜੇ ਟਾਈਮ ਤੇ ਹੋ ਵੀ ਗਿਆ, ਗੱਲ ਤੇ ਕੁਛ ਵੀ ਨਹੀਂ ਹੋਈ ਸੀ ਅਜੇ। ਹਾਂਜੀ, ਕਹਿੰਦੇ ਮੇਲੇ ਵਿੱਚ ਹਰ ਕੋਈ ਆਪਣਾ ਮੁੱਲ ਪਾਉਂਦਾ ਹੈ ਤੇ ਆਪਾਂ ਹਰ ਕਿਸੇ ਦਾ ਮੁੱਲ ਪਾਉਂਦੇ ਹਾਂ। ਮੇਲੇ ਵਿੱਚ ਹਰ ਕੋਈ ਆਪਣੀ ਕੁਆਲਿਟੀ ਦੇਖਦਾ ਹੈ ਕਿ ਆਪਾਂ ਕਿਸ ਕੁਆਲਿਟੀ ਦੇ ਬੰਦੇ ਹਾਂ, ਤੇ ਇਸੇ ਤਰ੍ਹਾਂ ਆਪਾਂ ਵੀ ਦੂਸਰਿਆਂ ਨੂੰ ਟੋਂਦੇ ਹਾਂ ਕਿ ਇਹ ਕਿਸ ਕੁਆਲਿਟੀ ਦਾ ਬੰਦਾ ਹੈ। ਪਰ ਇੱਕ ਚੀਜ਼ ਯਾਦ ਰੱਖਣਾ ਜੀ, ਚੰਗੀ ਕੁਆਲਿਟੀ ਦਾ ਇਨਸਾਨ ਬਣਨਾ ਇੱਕ ਕੋਈ ਐਕਸੀਡੈਂਟ ਨਹੀਂ ਹੁੰਦਾ। ਇਹ ਕੋਈ ਐਕਸੀਡੈਂਟ ਨਹੀਂ ਹੁੰਦਾ, ਇਹ ਬਹੁਤ ਸਿਆਣਪਾਂ ਨਾਲ ਮਿਹਨਤ ਕੀਤੀ ਹੋਈ ਦਾ ਫਲ ਹੁੰਦਾ ਹੈ ਚੰਗੀ ਸ਼ਖਸੀਅਤ ਬਣਨਾ। ਸ਼ਖਸੀਅਤ ਦੀ ਗੱਲ, ਕੁਆਲਿਟੀ ਦੀ ਗੱਲ ਹੋ ਰਹੀ। ਹਾਂਜੀ, ਇਸ ਤਮਾਸ਼ੇ ਵਿੱਚ ਹਰ ਕੋਈ ਦੇਖਦਾ ਹੈ ਆਪਣੀ ਕੁਆਲਿਟੀ ਕੀ ਹੈ, ਆਪਣੀ ਸ਼ਖਸੀਅਤ ਕਿਹੋ ਜਿਹੀ ਹੈ। ਇਨ ਦ ਸ਼ੋ we evaluate others and others evaluate us, that what is our quality? What is our quality? And please remember that quality is never an accident. It is always the result
of hard work, of sincere efforts. ਤੇ ਜੇ ਆਪਾਂ ਈਮਾਨਦਾਰੀ ਨਾਲ ਆਪਣੇ ਵੱਲ ਦੇਖੀਏ ਤੇ ਆਪਾਂ ਖੁਸ਼ ਨਹੀਂ ਹਾਂ, ਹੈ ਨਾ? ਖੁਸ਼ ਨਹੀਂ ਹਾਂ। ਤੇ ਇਸ ਮੇਲੇ ਦੇ, ਇਸ ਤਮਾਸ਼ੇ ਦੇ ਵਿੱਚੋਂ ਲੰਘਣਾ, ਮਹਾਰਾਜ ਜੀ ਕਹਿੰਦੇ ਕਿ ਜਿਹਨੇ ਗੇਮ ਸਮਝ ਲਈ ਉਹ ਇਸ ਤਮਾਸ਼ੇ ਵਿੱਚੋਂ ਹੱਸਦਾ ਖੇਡਦਾ ਲੰਘਦਾ ਹੈ, ਤੇ ਜਿਹਨੇ ਨਹੀਂ ਸਮਝੀ ਉਹ ਦੁਖੀ ਰਹਿੰਦਾ। ਕੱਲ ਨੂੰ ਆਪਾਂ ਨੂੰ ਸਮਝਾਉਣਗੇ ਹੱਸਣਾ ਖੇਡਣਾ ਕਿੱਦਾਂ ਹੈ। ਅੱਜ ਇਹਨਾਂ ਦੇਖਣਾ ਕਿ ਆਪਾਂ ਖੁਸ਼ ਨਹੀਂ ਹਾਂ ਤੇ ਆਪਾਂ ਇਸ ਪਿੰਡ ਨਹੀਂ ਰਹਿਣਾ ਜਿੱਥੇ ਖੁਸ਼ੀ ਨਹੀਂ ਹੈ। ਮਹਾਰਾਜ ਜੀ asks us that look at yourself honestly. अपने गिरीबान में मुंह नीवा कर दे। He says, look within. Are you happy? Are you a person of good quality? And if we are honest with ourselves, we would find we won't feel satisfied with us. And we must not keep dwelling in this village of unsatisfaction. We must move away from here. ਐਸ ਮੈਂ ਨਾਲ ਸਾਡਾ ਲੱਗਦਾ ਨਹੀਂ ਦਿਲ ਹੁਣ, ਨੀ ਮਾਏ ਸਾਨੂੰ ਕਾਲੀ ਜਿਹੀ ਪਵੇ। ਮੈਂ ਇਸ ਪਿੰਡ ਨਹੀਂ ਰਹਿਣਾ, ਦੁੱਖਾਂ ਦੇ ਪਿੰਡ। Oh my mother, I'm not happy with myself. I don't want to dwell in this village where there is anxiety, anger, worries. ਐਸ ਮੈਂ ਨਾਲ ਸਾਡਾ ਲੱਗਦਾ ਨਹੀਂ ਦਿਲ ਹੁਣ, ਨੀ ਮਾਏ ਸਾਨੂੰ ਕਾਲੀ ਜਿਹੀ ਪਵੇ। I'm feeling so restless in this village. ਐਸ ਮੈਂ ਨਾਲ ਸਾਡਾ ਲੱਗਦਾ ਨਹੀਂ ਦਿਲ ਹੁਣ, ਨੀ ਮਾਏ ਸਾਨੂੰ ਕਾਲੀ ਜਿਹੀ ਪਵੇ। ਵਾਹਿਗੁਰੂ। ਬਹੁਤ ਬੀਬਾ ਸੀ, ਤੂੰ ਬਹੁਤ ਧਿਆਨ ਨਾਲ ਸੁਣਿਆ ਕਿ ਤਮਾਸ਼ਾ। ਹਾਂ, ਤੇ ਹੁਣ ਆਪਾਂ ਬਹੁਤ ਹੀ ਮਹਾਰਾਜ ਜੀ ਪਿਆਰਾਂ ਨਾਲ ਸਮਝਾਉਣਗੇ ਗੇਮ ਤੇ ਕਿੱਦਾਂ ਇਹਦੇ ਚੋਂ ਤਮਾਸ਼ੇ ਚੁੱਲਣ। ਆਪਣਾ ਖਿਆਲ ਰੱਖੀ, ਕੱਲ ਨੂੰ ਫਿਰ ਮਿਲਾਂਗੇ। ਰੱਬ ਰੱਖਾ। Take care of yourself. Tomorrow we'll meet again. Bye.